ਸ਼ੈਲੀ ਕੌਰ, ਤੁਸੀਂ ਦੇਖ ਰਹੇ ਹੋ ਵੈਲਨੈਸ ਵਾਈਬਸ। ਮੈਨੂੰ ਤੁਸੀਂ ਫੇਸਬੁੱਕ ਤੇ ਵੀ ਫੋਲੋ ਕਰ ਸਕਦੇ ਹੋ, ਇੰਸਟਾਗ੍ਰਾਮ ਤੇ ਵੀ ਫੋਲੋ ਕਰ ਸਕਦੇ ਹੋ। ਮੇਰਾ ਪ੍ਰੋਗਰਾਮ ਸ਼ੋ ਮਲਟੀਕਲਚਰਲ ਚੈਨਲ ਤੇ ਚੈਨਲ ਨੰਬਰ 4 ਤੇ ਹਰ ਥਰਸਡੇ ਤੇ ਹਰ ਸੈਟਰਡੇ ਨੂੰ ਆਉਂਦਾ ਹੈ। हजारों ख्वाहिशें ऐसी, हजारों ख्वाहिशें ऐसी कि हर ख्वाहिश पे दम निकले। बहुत निकले मेरे अरमान मगर फिर भी कम निकले। ख्वाब, ख्वाहिशां, निक्के निक्के सुपने, छोटे छोटे डिजायर्स ਤੇ ਇਹ ਜਿਹੜੇ ਨਿੱਕੇ ਨਿੱਕੇ ਸੁਪਨੇ ਹੁੰਦੇ ਆ, ਇਹਨਾਂ ਨੂੰ ਅਸੀਂ ਫੁਲਫਿਲ ਕਰਨ ਵਾਸਤੇ, ਪੂਰਾ ਕਰਨ ਵਾਸਤੇ ਪੂਰੀ ਜ਼ਿੰਦਗੀ ਲਗਾ ਦਿੰਦੇ ਆ। ਕਦੀ ਕਦੀ ਇਹ ਜਿਹੜੇ ਨਿੱਕੇ ਨਿੱਕੇ ਸੁਪਨੇ ਹੁੰਦੇ ਆ ਨਾ, ਪੂਰੇ ਹੋ ਵੀ ਜਾਂਦੇ ਨੇ ਤੇ ਕਈ ਵਾਰੀ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ ਇਹਨਾਂ ਨੂੰ ਪੂਰਾ ਕਰਨ ਵਾਸਤੇ। ਸਾਡੇ ख्वाब ਨੇ, ਜੇ ਅਸੀਂ ਸੋਚੀਏ, ਕਿਉਂਕਿ ਅਸੀਂ ਇਸ ਧਰਤੀ ਤੇ ਆਏ ਹਾਂ। ਜਸਟ ਲੁੱਕ ਐਟ ਦਿਸ ਬਿਊਟੀਫੁਲ ਧਰਤੀ। ਇਹ ਜਿਹੜਾ ਯੂਨੀਵਰਸ ਹੈਗਾ, ਅਸੀਂ ਇਸ ਤੋਂ ਪਰੇ ਤੇ ਨਹੀਂ ਹੈਗੇ। ਇਹ ਯੂਨੀਵਰਸ ਵੀ 5 ਐਲੀਮੈਂਟਸ ਦਾ ਬਣਿਆ ਹੋਇਆ ਹੈ, 5 ਤੱਤਵਾਂ ਦਾ ਬਣਿਆ, ਠੀਕ ਹੈ। ਸਾਡਾ ਸਰੀਰ ਵੀ 5 ਤੱਤਵਾਂ ਦਾ ਬਣਿਆ ਤੇ ਜਿਹੜੇ ਸਾਡੇ ਜਿਹੜੇ ਸੁਪਨੇ ਨੇ, ਸਾਡੀਆਂ ਖੁਆਇਸ਼ਾਂ ਨੇ, ਉਹ ਵੀ ਇਸ ਧਰਤੀ ਤੋਂ ਪਰਾਂ ਨਹੀਂ ਹੈਗੀਆਂ। ਅਸੀਂ ਕੋਈ ਮਾਰਸ ਜਾਂ ਵੀਨਸ ਤੇ ਜਾ ਕੇ ਅਸੀਂ ਸੁਪਨੇ ਦੇਖਣੇ ਨਹੀਂ, ਜਾਂ ਉੱਥੇ ਜਾ ਕੇ ਅਸੀਂ ਪੂਰੇ ਨਹੀਂ ਕਰਨੇ, ਅਸੀਂ ਇੱਥੇ ਪੂਰੇ ਕਰਨੇ ਨੇ। ਸੋਚਣ ਵਾਲੀ ਗੱਲ ਇਹ ਹੈ ਕਿ ਜੇ ਸਾਰਾ ਕੁਝ ਇਸ ਧਰਤੀ ਦੇ ਉੱਪਰ ਹੈਗਾ ਤੇ ਫਿਰ ਸਾਡੇ ਸੁਪਨੇ ਪੂਰੇ ਕਿਉਂ ਨਹੀਂ ਹੁੰਦੇ? ਉਹ ਕਿਹੜੀ ਗੱਲ ਹੈਗੀ ਹੈ ਜਿਹੜੀ ਸਾਨੂੰ ਸਾਡੇ ਸੁਪਨਿਆਂ ਤੋਂ, ਸਾਡੇ ਡਿਜ਼ਾਇਰਸ ਤੋਂ, ਸਾਡੇ ਗੋਲਸ ਤੋਂ ਸਾਨੂੰ ਦੂਰ ਰੱਖਦੀ ਹੈ? There's a science behind this, and ਜਿਸ ਤਰ੍ਹਾਂ ਕਹਿੰਦੇ ਨਾ ਕਿ ਚਾਹੇ ਕਿੰਨੇ ਹੀ ਸੁਪਨੇ ਹੋਣ, ਕਿੰਨਾ ਹੀ ਜ਼ਿੰਦਗੀ ਦੇ ਵਿੱਚ ਖਲਾਰਾ ਪਿਆ ਹੋਏ, ਜੇ ਸਾਨੂੰ ਉਸ ਖਲਾਰੇ ਦੀ ਸਮਝ ਨਹੀਂ ਹੈ, ਉਸ ਕਿਓਸ ਦੀ ਸਮਝ ਨਹੀਂ ਹੈ, ਤੇ ਅਸੀਂ ਫਿਰ ਖਿਲਰੇ ਰਹਿੰਦੇ ਆ। ਪਰ ਜੇ ਸਾਨੂੰ ਥੋੜਾ ਜਿਹਾ ਕੋਈ ਆ ਕੇ ਰੋਸ਼ਨੀ ਪਾ ਦੇ, ਜਿਵੇਂ ਕੋਈ ਬਹੁਤ ਸਾਰਾ ਹਨੇਰਾ ਹੋਏ ਕਿਤੇ, ਐਂਡ ਉਹਦੇ ਸਾਨੂੰ ਜਾਣਾ, ਸਾਨੂੰ ਪਤਾ ਹੈ ਉੱਥੇ ਸਾਰਾ ਕੁਝ ਸਮਾਨ ਜਿਹੜਾ ਸਾਨੂੰ ਚਾਹੀਦਾ ਪਿਆ, ਪਰ ਕਿਉਂਕਿ ਡਾਰਕਨੈਸ ਹੈਗੀ ਹੈ, ਸਾਨੂੰ ਪਤਾ ਨਹੀਂ ਚੱਲ ਰਿਹਾ ਕਿ ਹਾਊ ਟੂ ਐਕਸੈਸ ਦੈਟ। ਤੇ ਕੋਈ ਤੁਹਾਨੂੰ ਆ ਕੇ ਟਾਰਚ ਦਿਖਾਉਂਦਾ ਹੈ, ਥੋੜੀ ਜਿਹੀ ਲਾਈਟ ਦਿਖਾਉਂਦਾ ਹੈ, ਲਾਈਟ ਦਿਖਾਉਂਦਾ ਹੈ, ਤੇ ਤੁਹਾਨੂੰ ਸਭ ਸਮਝ ਆ ਜਾਂਦਾ ਹੈ ਕਿ ਇਹ ਸਮਾਨ ਇੱਥੇ ਪਿਆ, ਇਹ ਸਮਾਨ ਉੱਥੇ ਪਿਆ। ਇਸੇ ਤਰੀਕੇ ਨਾਲ ਜ਼ਿੰਦਗੀ ਦੇ ਵਿੱਚ ਜਦੋਂ ਸਾਨੂੰ ਕਿਸੇ ਚੀਜ਼ ਦੀ ਨੌਲੇਜ ਆ ਜਾਂਦੀ ਹੈ, ਕਿਸੇ ਚੀਜ਼ ਦਾ ਗਿਆਨ ਆ ਜਾਂਦਾ ਨਾ, ਤੇ ਫਿਰ ਸਾਨੂੰ ਸਮਝ ਆ ਜਾਂਦੀ ਹੈ। So I always say from my own experiences that there is a method behind, there is a method beyond the chaos. ਇਸ ਪੂਰੇ chaos, ਇਸ ਪੂਰੇ ਖਿਲਾਰੇ ਦੇ ਪਿੱਛੇ ਕੋਈ ਨਾ ਕੋਈ ਇੱਕ ਮੈਥਡ ਹੈ ਜਿਹੜਾ ਸਾਨੂੰ ਸਮਝ ਜਦੋਂ ਆ ਜਾਂਦਾ ਹੈ, ਫਿਰ ਸਾਡੇ ਜਿਹੜੇ ਪ੍ਰੋਬਲਮਸ ਹੈ, ਜ਼ਿੰਦਗੀ ਦੀ ਕੁਆਲਿਟੀ ਹੈ, ਬੈਟਰ ਹੋ ਸਕਦੀ ਹੈ। ਹੁਣ ਮੈਂ ਜਿਹੜੀ ਅੱਜ ਤੁਹਾਡੇ ਨਾਲ ਗੱਲ ਕਰਨ ਜਾ ਰਹੀ ਹਾਂ, ਉਹ ਇਹ ਹੈਗੀ ਹੈ ਕਿ ਜਦੋਂ ਅਸੀਂ ਜ਼ਿੰਦਗੀ ਦੇ ਵਿੱਚ, ਫੋਰ ਐਗਜ਼ਾਮਪਲ, ਮੈਂ ਤੁਹਾਨੂੰ ਐਗਜ਼ਾਮਪਲ ਲੈ ਕੇ ਦੱਸਦੀ ਹਾਂ ਕਿ ਅਗਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਡਿਸੀਜਨ ਬਣਾਇਆ ਜਾਂ ਕੋਈ ਸੁਪਨਾ ਦੇਖਿਆ, ਕਹਿੰਦੇ ਆ ਕਿ ਹਰ ਇੱਕ ਸੁਪਨਾ ਦੇਖਣ ਵਾਸਤੇ you are just one decision away, just one decision away from the type of life that you want to live, one decision away from that perfect relationship, and we are one decision away from that perfect financial goal ਜਿਹੜਾ ਕਿ ਅਸੀਂ ਸੋਚਨੇ ਆ ਕਿ ਸਾਡੇ ਕੋਲ ਹੋਣਾ ਚਾਹੀਦਾ ਹੈ। perfect ਇੱਕ one decision, ਸਿਰਫ ਇੱਕ ਨਿੱਕਾ ਜਿਹਾ ਫੈਸਲਾ ਜਿਹੜਾ ਕਿ ਸਾਨੂੰ ਸਾਡੀ perfect body ਦਿਲਾ ਸਕਦਾ ਹੈ, ਉਸ ਨਿੱਕੇ ਜਿਹੇ ਫੈਸਲੇ ਨੂੰ ਅਸੀਂ ਲੈ ਨਹੀਂ ਪਾਉਂਦੇ। ਹੁਣ ਜਿਸ ਤਰ੍ਹਾਂ ਕਿਹਾ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣੀ ਹੈ, ਸ਼ਾਇਦ ਤੁਹਾਨੂੰ ਜਿਹੜੇ ਵੀ ਮੇਰੇ ਦਰਸ਼ਕ ਦੇਖ ਰਹੇ ਨੇ, ਉਹ it'll be easy to understand। ਇਹ ਐਗਜ਼ਾਮਪਲ ਅਸੀਂ ਕਿਤੇ ਵੀ ਫਿਟ ਕਰ ਸਕਦੇ ਹਾਂ ਕਿ ਜੇ ਮੈਂ ਆਪਣੀ ਪਰਫੈਕਟ ਬੋਡੀ ਚਾਹੁੰਦੀ ਹਾਂ ਕਿ ਵੀ ਜਿਮ ਜਾਣਾ ਹੈ, ਫਿਰ ਮੈਂ ਕੀ ਕੀਤਾ, ਜਿਮ ਵਾਸਤੇ ਕੱਪੜੇ ਵੀ ਲਿੱਤੇ, ਪ੍ਰੋਪਰ ਕੱਪੜੇ, ਜਿਮਿੰਗ ਕਲੋਥਸ ਲਿੱਤੇ, ਜਿਮਿੰਗ ਮੈਂਬਰਸ਼ਿਪ ਵੀ ਲੈ ਲਈ, ਐਂਡ
ਸਾਰਾ ਆਪਣੇ ਆਪ ਨੂੰ ਮੋਟੀਵੇਟ ਕਰ ਲਿਆ, ਕਿਤਾਬਾਂ ਵੀ ਪੜ੍ਹ ਲੀਆਂ, ਸਪਲੀਮੈਂਟਸ ਵੀ ਲੈ ਲਏ, ਸਾਰਾ ਕੁਝ ਲੈ ਲਿਆ ਤੇ ਮੈਂ ਸੋਚਿਆ ਕਿ ਠੀਕ ਹੈ, ਆਮ ਟੋਟਲੀ ਮੋਟੀਵੇਟਡ ਟੂ ਗੈਟ ਦੈਟ ਪਰਫੈਕਟ ਬਾਡੀ। ਸਵੇਰੇ 6 ਵਜੇ ਦਾ ਮੈਂ ਅਲਾਰਮ ਲਗਾਇਆ ਤੇ ਅਲਾਰਮ ਵੀ ਵੱਜ ਗਿਆ, ਰਾਤ ਹੋ ਗਈ। ਤਾਂ ਮੈਂ 5 ਮਿੰਟਾਂ ਬਾਅਦ ਉੱਠ ਵੀ ਗਈ ਜਾਂ 10 ਮਿੰਟਾਂ ਬਾਅਦ ਉੱਠ ਵੀ ਗਈ। ਆਈ ਡਿਡ ਦੈਟ ਡਿਊ ਡਿਲੀਜੈਂਸ, ਮੈਂ ਉੱਠ ਵੀ ਗਈ। ਜਦੋਂ ਮੈਂ ਉੱਠੀ ਤੇ ਮੇਰੇ ਬ੍ਰੇਨ ਨੇ ਮੈਨੂੰ ਕਿਹਾ ਕਿ ਆਪਾਂ ਕੱਲ ਵੀ ਜਿਮ ਜਾ ਸਕਨੇ ਆ, ਸ਼ਾਮ ਨੂੰ ਵੀ ਜਾ ਸਕਨੇ ਆ, ਪਰ ਜਿਹੜੇ ਪ੍ਰਾਇੋਰਿਟੀਜ਼ ਨੇ ਲਾਈਫ ਦੀਆਂ, ਅੱਜ ਦੀਆਂ ਜਿਹੜੀਆਂ ਪ੍ਰਾਇੋਰਿਟੀਜ਼ ਨੇ, ਆਪਾਂ ਪਹਿਲੇ ਉਹ ਕਰ ਲਈਏ। ਮਿਕਸ ਪਰਫੈਕਟ ਲੌਜਿਕ। ਤੇ ਮੈਂ ਸੋਚਿਆ ਚਲੋ ਠੀਕ ਹੈ, ਆਪਾਂ ਸ਼ਾਮ ਨੂੰ ਚਲੇ ਜਾਾਂਗੇ, ਆਪਾਂ ਪਹਿਲੇ ਕੰਮ ਕਰ ਲੈਂਦੇ ਆ। ਸੋ ਅਸੀਂ ਕੰਮ ਕਰਨੇ ਸ਼ੁਰੂ ਕਰਤੇ। ਗੈਸ ਵਾਟ ਹੈਪਨਡ, ਉਹ ਜਿਹੜੇ 5 ਮਿੰਟ ਸੀਗੇ, 5 ਮਿੰਟਾਂ ਦੇ ਵਿੱਚ ਜਿਹੜਾ ਉਹ ਪਲ ਦੇ ਵਿੱਚ ਮੈਂ ਡਿਸੀਜਨ ਲਿੱਤਾ ਸੀਗਾ ਨਾ, ਉਹ ਛੋਟੇ ਜਿਹੇ ਪਲ ਵਿੱਚ, ਉਹ ਮਾਈਕਰੋ ਮੋਮੈਂਟ ਦੇ ਵਿੱਚ ਉਸਨੇ ਮੇਰਾ ਪੂਰਾ ਸੁਪਨਾ ਹੀ ਖਤਮ ਕਰ ਦਿੱਤਾ। ਹੁਣ ਤੁਸੀਂ ਪੁੱਛੋਗੇ ਉਹ ਕਿਵੇਂ? ਉਹ ਏਦਾਂ ਕਿ ਜਦੋਂ ਉਸ ਮਾਈਕਰੋ ਮੋਮੈਂਟ ਵਿੱਚ, ਛੋਟੇ ਜਿਹੇ ਪਲ ਦੇ ਵਿੱਚ ਮੈਂ ਉਹ ਡਿਸੀਜਨ ਲਿੱਤਾ ਨਾ ਕਿ ਮੈਂ ਸਨੂਜ਼ ਬਟਨ ਪ੍ਰੈਸ ਕਰ ਦਿੰਨੀ ਆ ਤੇ 5 ਮਿੰਟਾਂ ਬਾਅਦ ਉੱਠਣੀ ਆ, ਤੇ ਮੇਰੇ ਬ੍ਰੇਨ ਨੇ ਕੀ ਕਿਹਾ ਕਿ why is Shelly or why am I hesitating? ਉਹ ਇੱਕ ਝਿਜਕ ਸੀਗੀ ਤੇ ਮੇਰਾ ਬ੍ਰੇਨ ਇੱਕ ਕੰਪੈਰੀਜ਼ਨ ਮੋਡ ਵਿੱਚ ਚਲਾ ਗਿਆ ਕਿ ਜਦੋਂ ਮੈਂ ਪਹਿਲੇ ਉੱਠਦੀ ਸੀ, ਜਦੋਂ ਇਹ ਇਨਸਾਨ ਪਹਿਲੇ ਉੱਠਦਾ, ਕੱਲ ਨੂੰ ਉੱਠਿਆ ਸੀਗਾ, ਉਹਨੇ ਉੱਠ ਕੇ ਚਾਹ ਪੀਤੀ, ਕੱਪੜੇ ਪਾਏ, ਉਦੋਂ ਤੇ ਕੋਈ ਹੈਜ਼ਿਟੇਸ਼ਨ ਨਹੀਂ ਸੀ, ਉਦੋਂ ਕੋਈ ਝਿਜਕ ਨਹੀਂ ਸੀਗੀ। ਜਦੋਂ ਪਰਸੋਂ ਨੂੰ ਉੱਠਿਆ ਸੀਗਾ ਉਦੋਂ ਕੋਈ ਝਿਜਕ ਨਹੀਂ ਸੀਗੀ, ਕੋਈ ਹੈਜ਼ਿਟੇਸ਼ਨ ਨਹੀਂ ਸੀਗੀ। ਤੇ ਅੱਜ ਇਹ ਛੋਟੀ ਜਿਹੀ ਝਿਜਕ, ਛੋਟੀ ਜਿਹੀ ਹੈਜ਼ਿਟੇਸ਼ਨ ਕਿਉਂ? ਸੋ ਬ੍ਰੇਨ ਜਦੋਂ ਇਹ ਕੰਪੇਅਰ ਕਰਦਾ ਐਂਡ ਦੈਨ ਇਟ ਸਟਾਰਟਸ ਟੂ ਰਿਲੀਜ਼ ਹਾਰਮੋਨ ਇਨ ਯੋਰ ਬਾਡੀ ਕਾਲਡ ਦ ਕੋਰਟੀਜ਼ੋਲ, ਬਿਕਾਜ਼ ਤੁਹਾਡੀ ਬਾਡੀ ਉਸ ਵਕਤ ਇੱਕ ਸਟ੍ਰੈਸ ਦੇ ਵਿੱਚ ਗਈ ਤੇ ਉਹ ਸਟ੍ਰੈਸ ਸਿਗਨਲ ਸਾਡੇ ਦਿਮਾਗ 'ਚ ਗਿਆ ਤੇ ਬਾਡੀ ਗੋਜ਼ ਇਨਟੂ ਅ ਸਟ੍ਰੈਸ। ਹੁਣ ਜਿਹੜਾ ਸਾਡਾ ਦਿਮਾਗ ਹੈ ਨਾ, ਬ੍ਰੇਨ ਹੈ, ਜਿਸ ਤਰ੍ਹਾਂ ਇਹ ਤੁਸੀਂ ਉਹਨੇ ਯੂਨੀਵਰਸ ਦੇਖ ਰਹੇ ਹੋ, ਇਹ ਧਰਤੀ ਇਹ ਰੱਬ ਨੇ ਸਾਡੇ ਵਾਸਤੇ ਬਣਾਈ, ਇਟਸ ਫॉर ਅਸ। ਸਿਮਿਲਰਲੀ ਜਿਹੜਾ ਸਾਡਾ ਇਹ ਸਰੀਰ ਹੈਗਾ, ਸਾਡਾ ਸਪੈਸ਼ਲੀ ਦਿਮਾਗ, ਚਾਹੇ ਉਹ ਕੌਨਸ਼ੀਅਸ ਲੈਵਲ ਤੇ ਹੋਵੇ ਚਾਹੇ ਸਬ ਕੌਨਸ਼ੀਅਸ ਲੈਵਲ ਤੇ ਹੋਵੇ, ਉਹ ਵੀ ਸਾਡੇ ਵਾਸਤੇ ਹੈਗਾ। ਇਟ ਇਜ਼ ਆਵਰ ਦ ਮੋਸਟ ਲੋਇਲ ਸਰਵੈਂਟ ਕਹਿ ਲਓ, ਵਫਾਦਾਰ ਨੌਕਰ ਕਹਿ ਲਓ, ਜਾਂ ਤੁਸੀਂ ਕਹਿ ਲਓ ਕਿ ਬਹੁਤ ਹੀ ਤੁਹਾਡਾ ਲੋਇਲ ਫਰੈਂਡ ਹੈਗਾ। ਤੁਹਾਡੇ ਇਸ ਮਾਈਂਡ ਨੇ ਕਿਸੇ ਵੀ ਲੈਵਲ ਤੇ ਹੋਏ, ਉਹਨੇ ਤੁਹਾਨੂੰ ਉਹੀ ਦਿਲਾਣਾ ਜੋ ਤੁਸੀਂ ਚਾਹੁੰਦੇ ਹੋ। ਜੇ ਤੁਸੀਂ ਕੰਫਰਟ ਜ਼ੋਨ ਵਿੱਚ ਸੀਗੇ, ਤੁਹਾਡੇ ਬ੍ਰੇਨ ਨੇ ਕੰਪੇਅਰ ਕੀਤਾ, ਉਹਨੇ ਫਾਈਂਡ ਆਊਟ ਕੀਤਾ ਕਿ ਵੀ ਪਰਸੋਂ ਵੀ ਸ਼ੀ ਵਾਸ ਵੈਰੀ ਕੰਫਰਟੇਬਲ ਇਨ ਦੈਟ ਕੰਫਰਟ ਜ਼ੋਨ, ਤੇ ਅੱਜ ਵੀ ਕੰਫਰਟ ਜ਼ੋਨ ਦੇ ਵਿੱਚ ਹੈ, ਤੇ ਉਹਨੇ ਮੈਨੂੰ ਪੂਰੀ ਕੋਸ਼ਿਸ਼ ਕਰਨੀ ਹੈ ਕਿ ਮੈਂ ਉਸ ਕੰਫਰਟ ਜ਼ੋਨ ਦੇ ਵਿੱਚ ਹੀ ਰਵਾਂ। ਮੇਰੇ ਮਾਈਂਡ ਨੇ ਮੈਨੂੰ ਬੜੇ ਨਾਈਸਲੀ ਪਿਆਰੇ ਜਿਹੇ ਛੋਟੇ ਟ੍ਰਿਕਸ ਪਲੇ ਕੀਤੇ ਤੇ ਮੈਨੂੰ ਫੇਰ ਤੋਂ ਮੇਰੇ ਕੰਫਰਟ ਜ਼ੋਨ ਵਿੱਚ ਲੈ ਗਿਆ। ਐਂਡ ਦਿਸ ਇਜ਼ ਵਾਟ ਹੈਪਨਸ। ਮੇਰਾ ਬ੍ਰੇਨ ਬਹੁਤ ਸਮਾਰਟ ਹੈ, ਤੁਹਾਡਾ ਵੀ ਬ੍ਰੇਨ ਬਹੁਤ ਸਮਾਰਟ ਹੈ। ਐਂਡ ਹਰ ਟਾਈਮ ਤੁਹਾਨੂੰ ਛੋਟੀ ਟ੍ਰਿਕਸ ਕਰਕੇ ਤੁਹਾਨੂੰ ਪਤਾ ਵੀ ਨਹੀਂ ਚੱਲਣਾ। ਇਹ ਜਿਹੜੀ ਮੈਂ ਮਾਈਕਰੋ ਮੂਵਮੈਂਟ ਦੀ ਗੱਲ ਕਰ ਰਹੀ ਹਾਂ ਨਾ, ਸਾਨੂੰ ਪਤਾ ਨਹੀਂ ਚੱਲਦਾ ਕਿ ਅਸੀਂ ਕਦੋਂ ਆਪਣੇ ਸੁਪਨਿਆਂ ਦਾ ਮਰਡਰ ਕਰਤਾ। ਤੇ ਉਹ ਜਿਹੜੀ ਮੂਵਮੈਂਟ ਨੂੰ ਅਸੀਂ ਅਗਰ ਕੰਟਰੋਲ ਕਰ ਲਈਏ, ਉਸ ਮਾਈਕਰੋ ਮੂਵਮੈਂਟ ਨੂੰ, ਉਸ ਛੋਟੀ ਜਿਹੀ ਮੂਵਮੈਂਟ ਨੂੰ ਅਸੀਂ ਅਗਰ ਕੰਟਰੋਲ ਕਰ ਲਈਏ, ਤੇ ਸਾਡੀ ਜ਼ਿੰਦਗੀ ਦੇ ਜਿਹੜੇ ਸਾਡੀ ਖੁਆਇਸ਼ਾਂ ਨੇ ਉਹ ਸਾਡੇ ਹੱਥ 'ਚ, ਸਾਡੇ ਕੰਟਰੋਲ 'ਚ ਆ ਸਕਦੀਆਂ ਨੇ। ਪਤਾ ਬਹੁਤ ਪਹਿਲੇ ਜਦੋਂ ਸਾਇੰਟਿਸਟ ਸੋਚਦੇ ਸੀਗੇ, ਅੱਜ ਤੋਂ ਕੁਝ ਸਾਲ ਪਹਿਲੇ, ਕਿ ਜਿਹੜਾ ਸਾਡਾ ਬ੍ਰੇਨ ਹੈਗਾ ਨਾ, ਰੀਵਾਇਰ ਨਹੀਂ ਹੋ ਸਕਦਾ। ਜੋ ਚਾਈਲਡਹੁੱਡ ਤੋਂ ਬਾਅਦ ਅਸੀਂ ਵੱਡੇ ਹੋ ਗਏ, ਬਸ ਉਹੀ ਫਿਕਸਡ ਹੋ ਗਿਆ। ਬਟ ਥੈਂਕਸ ਟੂ ਦਿਸ ਨਿਊ ਟੈਕਨੋਲੋਜੀ ਐਂਡ ਥੈਂਕਸ ਟੂ ਦਿਸ ਨਿਊ ਇਮੇਜਿੰਗ ਸਿਸਟਮ, ਹੁਣ ਇਹ ਪਤਾ ਚੱਲ ਗਿਆ ਕਿ ਸਾਡਾ ਬ੍ਰੇਨ ਜਿਹੜਾ ਹੈਗਾ ਨਾ, ਕਿਸੇ ਵੀ ਟਾਈਮ ਤੇ ਕਦੀ ਵੀ ਰੀਵਾਇਰ ਹੋ ਸਕਦਾ।
ਤੇ ਇਹਨੂੰ ਕਹਿੰਦੇ ਨਿਊਰੋਪਲਾਸਟਿਸਿਟੀ। ਤੇ ਇਸ ਨਿਊਰੋਪਲਾਸਟਿਸਿਟੀ ਦਾ ਅਸੀਂ ਹੁਣ ਫਾਇਦਾ ਚੁੱਕ ਕੇ ਆਪਣੇ ਬ੍ਰੇਨ ਨੂੰ, ਆਪਣੇ ਮਾਈਂਡ ਨੂੰ ਕਦੀ ਵੀ ਰੀਵਾਇਰ ਕਰਕੇ ਜੋ ਸਾਡੇ ਗੋਲਸ ਜਿੱਥੋਂ ਅਸੀਂ ਜਿਨ੍ਹਾਂ ਨੂੰ ਅਸੀਂ ਬਲੌਕਸ ਬਣਾ ਲੈਂਦੇ ਹਾਂ ਨਾ ਲਾਈਫ ਦੇ ਵਿੱਚ, ਉਹ ਅਸੀਂ ਦੂਰ ਕਰ ਸਕਦੇ ਹਾਂ। ਤੇ ਹੁਣ ਇਹਨਾਂ ਨੂੰ ਕੀਤਾ ਕਿਸ ਤਰ੍ਹਾਂ ਜਾਏ? ਸੋ ਪਹਿਲੇ ਤੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਸਮਝਣ ਦੀ ਕਿ ਅਸੀਂ ਸਾਡੇ 'ਚ ਪ੍ਰੋਬਲਮ ਹੈਗੀ ਹੈ। ਜਦੋਂ ਅਸੀਂ ਆਈਡੈਂਟੀਫਾਈ ਕਰ ਲੈਂਦੇ ਹਾਂ ਨਾ ਪ੍ਰੋਬਲਮ, 50% ਪ੍ਰੋਬਲਮ ਸੋਲਵ ਹੋ ਜਾਂਦੀ ਹੈ। ਇੱਕ ਸਾਇੰਟਿਸਟ ਸੀਗਾ, ਆਈ ਥਿੰਕ ਉਹਦਾ ਨਾਮ ਸੀਗਾ ਫ੍ਰੈਡਰਿਕ ਨਿਸ਼। ਉਹਨੇ ਕਿਹਾ ਸੀ ਕਿ whenever you know that there is a why, then you know how to find an answer। ਮਤਲਬ ਕਿ ਪੰਜਾਬੀ ਦੇ ਵਿੱਚ ਕਿ ਜਦੋਂ ਤੁਸੀਂ why ਕਰਦੇ ਹੋ, ਜਦੋਂ ਤੁਸੀਂ ਕਿਸੇ ਜਗ੍ਹਾ ਤੇ ਪ੍ਰਸ਼ਨ ਚਿੰਨ੍ਹ ਲਗਾਉਂਦੇ ਹੋ, ਤੇ ਜਦੋਂ ਵੀ ਜਿੰਨੇ ਵਾਰੀ ਮਰਜ਼ੀ ਪ੍ਰਸ਼ਨ ਚਿੰਨ੍ਹ ਲਗਾਓ ਤੇ ਤੁਹਾਨੂੰ ਜਦੋਂ ਆਨਸਰਸ ਮਿਲਦੇ ਆ, ਉਦੋਂ ਤੁਹਾਡੀ ਜਿਹੜੀ ਪ੍ਰੋਬਲਮ ਹੈਗੀ ਹੈ, ਉਦੋਂ ਇਸ ਸੋਚੋ ਤੁਸੀਂ ਇੱਕ ਫਲੈਸ਼ ਲਾਈਟ ਉਸ ਪ੍ਰੋਬਲਮ ਤੇ ਆ ਜਾਂਦੀ ਹੈ ਔਰ ਤੁਹਾਨੂੰ ਇੱਕਦਮ ਗਿਆਨ ਹੁੰਦਾ ਕਿ ਇਹ ਸੀ, this is what it was। ਇੱਕ ਹੋਰ ਵੀ ਗੱਲ ਹੈ ਫਲੈਸ਼ ਲਾਈਟ ਤੋਂ ਮੈਨੂੰ ਖਿਆਲ ਆਇਆ, there's something called spotlight effect। ਹੁਣ ਉਹ spotlight effect ਕੀ ਹੈ? ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਦੱਸ ਰਹੀ ਸੀ ਕਿ ਸਾਡਾ ਬ੍ਰੇਨ ਸਾਡੇ ਵਾਸਤੇ ਕੰਮ ਕਰਦਾ ਹੈ, ਸਾਡਾ ਨੌਕਰ ਬਣ ਕੇ ਸਾਡਾ ਕੰਮ ਕਰਦਾ ਹੈ, ਤੇ ਉਹ ਸਾਡਾ ਜਿਹੜਾ ਬ੍ਰੇਨ ਹੈ ਨਾ ਸਪੌਟਲਾਈਟ ਇਫੈਕਟ ਤੇ ਕੰਮ ਕਰਦਾ ਹੈ। ਉਹ ਕੀ ਹੁੰਦਾ ਸਪੌਟਲਾਈਟ ਇਫੈਕਟ? ਛੋਟੀ ਜਿਹੀ ਪ੍ਰੋਬਲਮ ਹੋਏ, ਚਾਹੇ ਇੰਨੀ ਜਿਹੀ ਨਿੱਕੀ ਜਿਹੀ ਪ੍ਰੋਬਲਮ ਹੋਏ, ਮਗਰ ਸਾਡਾ ਬ੍ਰੇਨ, ਸਾਡਾ ਕੌਨਸ਼ੀਅਸ ਮਾਈਂਡ, ਸਬਕੌਨਸ਼ੀਅਸ ਮਾਈਂਡ ਉਹਨੂੰ ਇੰਨਾ ਵੱਡਾ ਕਰਕੇ ਦਿਖਾ ਦਿੰਦਾ ਸਾਨੂੰ। ਉਹਦਾ ਮਤਲਬ ਕੀ ਹੈ? ਬਿਕੋਜ਼ ਸਰਵਾਈਵਲ। ਸਭ ਤੋਂ ਕਿ ਜਿਹੜੀ ਸਾਡਾ ਸਰੀਰ ਹੈ, ਅਸੀਂ ਉਹਨੂੰ ਸਰਵਾਈਵਲ ਮੋਡ ਵਿੱਚ ਰੱਖਣਾ, ਤੇ ਉਹ ਜਿਹੜੀ ਸਪੌਟਲਾਈਟ ਹੈ, ਉਹਨੇ ਸਪੌਟਲਾਈਟ ਇਫੈਕਟ ਉਹਨੇ ਇੰਨਾ ਵੱਡਾ ਕਰਕੇ ਉਸ ਪ੍ਰੋਬਲਮ ਨੂੰ ਦੱਸਣਾ ਹੈ ਕਿ ਅਸੀਂ ਕਨਫਿਊਜ਼ ਹੋ ਜਾਣਾ ਹੈ। ਛੋਟਾ ਜਿਹਾ ਐਗਜ਼ਾਮਪਲ ਹੈ, ਤੇ ਕੁੱਤਾ ਆ ਰਿਹਾ, ਲੀਸ਼ ਤੇ ਆ ਰਿਹਾ, ਉਹਦੇ ਕੋਲੋਂ ਡਰਨ ਦੀ ਲੋੜ ਨਹੀਂ ਹੈਗੀ। ਸਾਡਾ ਲੌਜੀਕਲ ਮਾਈਂਡ ਕਹਿ ਰਿਹਾ ਕਿ ਉਹਦੇ ਕੋਲੋਂ ਡਰਨ ਦੀ ਲੋੜ ਨਹੀਂ ਹੈਗੀ, ਮਗਰ ਕਿਉਂਕਿ ਸਾਡੀ ਕੰਡੀਸ਼ਨਿੰਗ ਉਦਾਂ ਦੀ ਹੋਈ ਹੈ ਕਿ ਇੱਕਦਮ ਅਸੀਂ ਏਦਾਂ ਹੋਣਾ, ਡਰਨਾ ਜਾਂ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ। ਬਟ ਜੇ ਅਸੀਂ ਉਸ ਮਾਈਕਰੋ ਮੂਮੈਂਟ ਦੇ ਵਿੱਚ, ਜਦੋਂ ਅਸੀਂ ਡਰ ਵਾਲੇ ਫੀਅਰ ਦੇ ਵਿੱਚ ਮੋਡ ਵਿੱਚ ਜਾ ਰਹੇ ਹਾਂ, ਅਸੀਂ ਕਿਆ ਸੋਚਿਆ ਕਿ ਨਹੀਂ ਡੌਗ ਲੀਸ਼ ਤੇ ਹੈਗਾ, ਹੋ ਸਕਦਾ ਕਿ ਮੈਨੂੰ ਨਾ ਵੱਢੇ। ਇਟਸ ਜਸਟ ਅ ਮੈਟਰ ਆਫ ਥਿੰਕਿੰਗ, ਹੈ ਨਾ। ਆਪਣਾ ਇਸ ਫ੍ਰੀਕੁਐਂਸੀ ਨੂੰ ਥੋੜਾ ਜਿਹਾ ਟਵਿਕ ਕੀਤਾ, ਥੋੜਾ ਜਿਹਾ ਚੇਂਜ ਕੀਤਾ ਇਸ ਫ੍ਰੀਕੁਐਂਸੀ ਨੂੰ, ਤੇ ਤੁਸੀਂ ਉਸ ਕੁੱਤੇ ਦੇ ਕੋਲੋਂ ਦੀ ਆਰਾਮ ਦੇ ਨਾਲ ਜਾਓਗੇ ਤੇ ਤੁਹਾਨੂੰ ਲੱਗੇਗਾ ਓਕੇ ਇਸ ਡੌਗ ਨੇ ਮੈਨੂੰ ਵੱਢਿਆ ਨਹੀਂ, ਐਂਡ ਦੈਟਸ ਇਟ। ਇਸੇ ਤਰੀਕੇ ਨਾਲ ਇਹੀ ਐਗਜ਼ਾਮਪਲ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਤੇ ਵੀ ਲਗਾਓਗੇ, ਥੋੜੀ ਜਿਹੀ ਆਪਣੀ ਫ੍ਰੀਕੁਐਂਸੀ ਨੂੰ ਚੇਂਜ ਕਰੋਗੇ, ਜਿਸ ਵਕਤ ਤੁਸੀਂ ਉਸ ਇਵੈਂਟ ਵਿੱਚ ਜਾ ਰਹੇ ਹੋ, ਇਵੈਂਟ ਆਫ ਫੀਅਰ, ਐਂਜ਼ਾਈਟੀ, ਉਸ ਵਾਲੀ ਨੈਗੇਟਿਵ ਵਾਲੀ ਸਾਈਡ ਤੇ ਜਾ ਰਹੇ ਹੋ, ਲੋਅਰ ਵਾਈਬ੍ਰੇਸ਼ਨ ਤੇ ਜਾ ਰਹੇ ਹੋ, ਉਦੋਂ ਤੁਸੀਂ ਆਪਣੇ ਆਪ ਨੂੰ ਅਗਰ ਫੜ ਲੋਗੇ ਨਾ, ਐਂਡ ਦੈਨ ਯੂ ਸੀ ਦ ਡਿਫਰੈਂਸ। ਹੁਣ ਜਦੋਂ ਅਸੀਂ ਇੱਕ ਨਰਵਸ ਜੇ ਮੋਡ ਵਿੱਚ, ਜਦੋਂ ਅਸੀਂ ਹੁਣ ਆਪਣੇ ਕੰਫਰਟ ਜ਼ੋਨ ਤੋਂ ਨਿਕਲਨੇ ਆ ਬਾਹਰ, ਜਿਸ ਤਰ੍ਹਾਂ ਮੈਂ ਤੁਹਾਨੂੰ ਕਹਿ ਰਹੀ ਸੀਗੀ ਕਿ ਮਾਈਂਡ ਵਾਪਸ ਸਾਨੂੰ ਕੰਫਰਟ ਜ਼ੋਨ ਵਿੱਚ ਲੈ ਲੈਂਦਾ, ਉਦੋਂ ਤੁਸੀਂ ਇਹ ਦੇਖਣਾ ਹੈ ਕਿ ਤੁਹਾਡੀ ਬੋਡੀ ਦੇ ਵਿੱਚ ਕੀ ਹੋ ਰਿਹਾ, what are the effects of that on your body system। ਇਹ ਬੜੀ ਜ਼ਰੂਰੀ ਗੱਲ ਹੁੰਦੀ ਹੈ। ਸਾਨੂੰ ਕਦੀ ਫੀਅਰ ਮੋਡ ਵਿੱਚ ਹਾਂ ਜਾਂ ਕਦੀ ਅਸੀਂ ਡਰ ਵਾਲੇ ਖਿਆਲ 'ਚ ਹੈਗੇ ਆ, ਤੇ ਸਾਨੂੰ ਉਦੋਂ ਤੁਸੀਂ ਇੱਕਦਮ ਆਪਣੇ ਆਪ ਨੂੰ ਕੈਚ ਕਰੋਗੇ। ਸੋ ਬੜੀ ਛੋਟੀ ਛੋਟੀਆਂ ਗੱਲਾਂ ਨੇ। ਹੁਣ ਲੈਟਸ ਕਮ ਟੂ ਦ ਸੈਕਿੰਡ ਪਾਰਟ ਕਿ ਇਹ ਤੇ ਹੋ ਗਿਆ ਆਈਡੈਂਟੀਫਾਈ ਕਰ ਲਿਆ ਕਿ ਚਲੋ ਮੈਨੂੰ ਪ੍ਰੋਬਲਮਸ ਹੈਗੀਆਂ, ਫਾਈਨੈਂਸ਼ੀਅਲ ਗੋਲ ਹੈ, ਤੇ ਉਹ ਕਿਸ ਤਰ੍ਹਾਂ ਅਚੀਵ ਕਰਨਾ, ਕਿ ਮੈਨੂੰ ਕਿਉਂ ਨਹੀਂ ਅਚੀਵ ਕਰ ਪਾ ਰਹੀ, ਉਹ ਕੁਐਸਚਨ ਕਰਨਾ ਹੈ। ਰਿਲੇਸ਼ਨਸ਼ਿਪ ਗੋਲਸ ਨੇ ਕਿ ਵਾਈ ਐਮ ਆਈ ਅਟਰੈਕਟਿੰਗ ਦ ਸਿਮਿਲਰ ਟਾਈਪ ਆਫ ਪੀਪਲ, ਉਹ ਬੋਡੀ, ਫਿਜ਼ੀਕਲ ਬੋਡੀ ਦੇ ਉੱਪਰ ਕਿ ਮੈਂ ਕਿਉਂ ਨਹੀਂ ਆਪਣੀ ਪਰਫੈਕਟ ਬੋਡੀ ਜਿਹੜੀ ਚਾਹਨੀ ਆ ਉਹ ਕਿਉਂ ਨਹੀਂ ਆ ਪਾ ਰਹੀ। ਸੋ ਦੇयर ਆਰ ਲੋਟਸ ਆਫ ਗੋਲਸ, ਛੋਟੇ ਛੋਟੇ ਗੋਲਸ ਹੋ ਸਕਦੇ ਨੇ, ਹਰ ਇੱਕ ਇਨਸਾਨ ਦੇ ਆਪਣੇ ਆਪਣੇ ਗੋਲਸ ਹੁੰਦੇ ਨੇ। ਹੁਣ ਇਹਨਾਂ ਨੂੰ ਆਪਣੇ ਉਸ ਮੋਮੈਂਟ ਨੂੰ
ਕਿਸ ਤਰੀਕੇ ਨਾਲ ਅਸੀਂ ਕੰਟਰੋਲ ਕਰਨਾ, ਇਹ ਇਸ ਚੀਜ਼ ਦੇ ਬਾਰੇ ਮੈਂ ਤੁਹਾਡੇ ਨਾਲ ਤੁਹਾਨੂੰ ਥੋੜ੍ਹੀਆਂ ਜਿਹੀਆਂ ਟਿਪਸ ਦੇਣੀ ਆ। ਉਹ ਇਹ ਕਿ ਜਦੋਂ ਜਿਸ ਤਰ੍ਹਾਂ ਤੁਹਾਨੂੰ ਐਗਜ਼ਾਮਪਲ ਦਿੱਤਾ ਸੀ ਕਿ ਮੈਂ ਉੱਠਣ ਲੱਗੀ ਸੀ ਕਿ ਮੈਂ ਸਨੂਜ਼ ਬਟਨ ਨੂੰ ਪ੍ਰੈਸ ਕੀਤਾ, ਤੇ ਜੇ ਮੈਂ ਉਸ ਵਕਤ ਆਪਣੇ ਮਾਈਂਡ ਨੂੰ ਉਸ ਮਾਈਕਰੋ ਮੋਮੈਂਟ ਨੂੰ ਕੰਟਰੋਲ ਕਰ ਲੈਂਦੀ। ਕੰਟਰੋਲ ਕਿਸ ਤਰ੍ਹਾਂ ਕਰਨਾ ਸੀਗਾ? 2-3 ਤਰੀਕੇ ਹੁੰਦੇ, ਹਰ ਇੱਕ ਇਨਸਾਨ ਆਪਣੇ ਆਪਣੇ ਤਰੀਕੇ ਨਾਲ ਕਰਦਾ ਹੈ। ਤੇ ਜਿਹੜੇ ਉਸ ਮੋਮੈਂਟ ਨੂੰ ਮੈਂ ਕੋਈ ਐਸੇ ਇਨਸਾਨ ਦਾ ਨਾਮ ਦੇ ਦਾਂ ਜਿਹੜਾ ਮੈਨੂੰ ਕੋਈ ਪਸੰਦ ਨਹੀਂ ਹੋਏ, ਲਾਈਕ ਮੇਰੇ ਦੁਸ਼ਮਣ ਦਾ ਮੈਂ ਨਾਮ ਦੇ ਦਾਂ ਉਸ ਮੋਮੈਂਟ ਨੂੰ, ਐਂਡ ਇੰਸਟੈਡ ਆਫ ਫਾਈਟਿੰਗ ਵਿਦ ਮਾਈਸੈਲਫ, ਤੇ ਮੈਂ ਫਿਰ ਉਸ ਚੀਜ਼ ਨਾਲ, ਉਸ ਇੱਕ ਐਂਟੀਟੀ ਦੇ ਨਾਲ ਲੜਾਈ ਕਰਾਂਗੀ ਜਿਹੜੀ ਕਿ ਮੇਰੇ ਨਾਲ ਮੈਨੂੰ ਮੇਰੇ ਗੋਲ ਤੋਂ ਦੂਰ ਰੱਖ ਰਹੀ ਹੈ। ਜਾਂ ਸੈਕਿੰਡ, ਮੈਂ ਉਲਟੀ ਗਿਣਤੀ ਕਰਾਂਗੀ 4 3 2 1 ਐਂਡ ਆਊਟ ਆਫ ਦਾ ਬੈਡ। ਉਹਦੇ ਨਾਲ ਕੀ ਹੋਏਗਾ? ਜਿਹੜਾ ਸਾਡਾ ਬ੍ਰੇਨ ਦਾ ਸਿਸਟਮ ਹੈਗਾ ਨਾ, ਬ੍ਰੇਨ ਦਾ ਜਿਹੜਾ ਥਿੰਕਿੰਗ ਪੈਟਰਨ ਹੈ, ਉਹ ਅਸੀਂ ਡਿਸਟਰੈਕਟ ਕਰਤਾ, ਅਸੀਂ ਉਹਨੂੰ ਆਪਣੇ ਮਾਈਂਡ ਨੂੰ ਇੱਕਦਮ ਡਿਸਟਰੈਕਟ ਕਰਤਾ, ਐਂਡ ਉਹ ਜਿਹੜਾ ਮਾਈਂਡ ਨੇ ਸਾਨੂੰ ਡਿਸਟਰੈਕਟ ਕਰਨਾ ਸੀ, ਅਸੀਂ ਮਾਈਂਡ ਨੂੰ ਡਿਸਟਰੈਕਟ ਕਰਤਾ। ਸੋ ਅਸੀਂ ਆਪਣੇ ਮਨ ਨੂੰ ਜਿੱਤ ਲਿਆ। ਜਿਸ ਤਰ੍ਹਾਂ ਕਹਿੰਦੇ ਨਾ, ਮਨ ਨੂੰ ਜਿੱਤੋ ਤੇ ਜਗ ਜਿੱਤੋ। ਅਸੀਂ ਉਹ ਜਿਹੜਾ ਮੋਮੈਂਟ ਸੀ ਉਹਨੂੰ ਅਸੀਂ ਜਿੱਤ ਲਿਆ ਤੇ ਅਸੀਂ ਆਪਣੇ ਗੋਲ ਵੱਲ ਆ ਗਏ, ਕਲੋਜ਼ਰ ਆ ਗਏ। ਅਗਲਾ ਜਿਹੜਾ ਸਟੈਪ ਹੈ ਉਹ ਇਹ ਕਿ ਪ੍ਰਾਇੋਰਟਾਈਜ਼ ਕਰਨਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਇਹ ਸਭ ਕੁਝ ਹੈਗਾ, ਮੈਨੂੰ ਕੀ ਚਾਹੀਦਾ ਇਸ ਵਕਤ। ਅਗਰ ਮੈਂ ਰਿਲੇਸ਼ਨਸ਼ਿਪ, ਮੇਰਾ ਗੋਲ ਨੂੰ ਠੀਕ ਕਰਨਾ, ਤੇ ਉਹ ਕੀ ਹੈਗਾ? ਅਗਰ ਫਾਈਨੈਂਸ਼ੀਅਲ ਗੋਲ ਹੈ ਤੇ ਉਹਨੂੰ ਕਿੱਥੇ ਲੈ ਕੇ ਆਣਾ। ਜਿਹੜਾ ਵੀ ਤੁਹਾਡਾ ਗੋਲ ਹੈ ਉਹਨੂੰ ਅਸੀਂ ਹੋ ਗਿਆ। ਸੈਕਿੰਡ, ਥਰਡ, ਕਿ ਜਿਹੜੀ ਅਸੀਂ ਇਨਫੋਰਮੇਸ਼ਨ ਉਸ ਚੀਜ਼ ਦੇ ਬਾਰੇ ਲੈਣੀ ਹੈ, ਜੈਸੇ YouTube ਤੋਂ ਲੈਣੀ ਹੈ ਜਾਂ ਕਿਤਾਬਾਂ ਤੋਂ ਲੈਣੀ ਹੈ, ਅਸੀਂ ਉਹਨੂੰ ਪਰਸੀਵ ਕਿਸ ਤਰ੍ਹਾਂ ਕਰ ਰਹੇ ਹਾਂ। ਹੁਣ ਮੈਂ ਤੁਹਾਨੂੰ ਅਗਰ ਕੋਈ ਚੀਜ਼ ਦੇ ਰਹੀ ਹਾਂ, ਮੈਂ ਤੇ ਬੜੀ ਗੁੱਡ ਇੰਟੈਂਸ਼ਨ ਚ ਦਿੱਤੀ, ਪਰ ਤੁਸੀਂ ਉਸ ਚੀਜ਼ ਨੂੰ ਕੰਪਰੀਹੈਂਡ ਕਰ ਰਹੇ ਹੋ, ਪਰਸੀਵ ਕਰ ਰਹੇ ਹੋ ਕਿ ਆਪਣੇ ਜਿਹੜੇ ਤੁਸੀਂ ਫਿਲਟਰ ਲਾਇਆ ਨਾ, ਉਹ ਫਿਲਟਰਸ ਨੂੰ ਤੁਸੀਂ ਚੈੱਕ ਕਰਨਾ। ਸੋ ਉਹ ਬੜੀ ਇੰਪੋਰਟੈਂਟ ਚੀਜ਼ ਹੈਗੀ ਹੈ। ਸੋ ਛੋਟੇ ਛੋਟੇ ਸਟੈਪਸ, I'm just telling you there's so many steps। ਹਰ ਇੱਕ ਇਨਸਾਨ ਇਹ ਹੈਗਾ ਕਿ ਸਾਨੂੰ ਆਪਣੇ ਅੰਦਰ ਜਾਣਾ ਤੇ ਉਹਨਾਂ ਚੀਜ਼ਾਂ ਨੂੰ ਬਾਹਰ ਕੱਢਣਾ ਹੈ, ਤੇ ਆਪਣੇ ਗੋਲਸ ਨੂੰ, ਆਪਣੀ ਜਿਹੜੀ ਸੀ ਇਸ ਜ਼ਿੰਦਗੀ, ਖੂਬਸੂਰਤ ਜ਼ਿੰਦਗੀ ਜੀਣਾ ਆ, ਪੂਰਾ ਉਸ ਚੀਜ਼ ਦਾ ਫਾਇਦਾ ਉਠਾਣਾ ਹੈ। ਨੈਕਸਟ ਜਿਹੜਾ ਸਟੈਪ ਹੈਗਾ ਉਹ ਇੱਕ ਬੜਾ ਛੋਟਾ ਜਿਹਾ ਸਟੈਪ ਕਿ ਪ੍ਰੈਕਟਿਸ ਕਰਨਾ। ਹਰ ਇੱਕ ਚੀਜ਼ ਨੂੰ ਪ੍ਰੈਕਟਿਸ ਕਰਨ ਦੇ ਨਾਲ, ਜਿਸ ਤਰ੍ਹਾਂ ਜਿਮ ਅਸੀਂ ਜਾਂਦੇ ਹਾਂ, ਹਰ ਰੋਜ਼ ਪ੍ਰੈਕਟਿਸ ਕਰਨੇ ਆ, we develop those muscles, so we have to develop our emotional muscles and mental muscles। For example, ਜਦੋਂ ਹੁਣ ਅਸੀਂ ਵੱਡੇ ਹੋ ਗਏ, ਸਾਨੂੰ ਆਦਤ ਪਈ ਹੈ ਰਾਈਟ ਹੈਂਡ ਦੇ ਨਾਲ ਲਿਖਣ ਦੀ। ਜੋ ਵੀ ਅਸੀਂ ਰਾਈਟਿੰਗ ਕਰਨੇ ਆ, ਸਿੱਧੇ ਹੱਥ ਨਾਲ ਲਿਖਨੇ ਆ। ਕੁਝ ਲੋਕ ਉਲਟੇ ਹੱਥ ਨਾਲ ਵੀ ਲਿਖਦੇ ਆ, ਤੇ ਜਿਹੜੇ ਉਲਟੇ ਹੱਥ ਨਾਲ ਲਿਖਦੇ ਆ ਉਹਨਾਂ ਵਾਸਤੇ ਰਾਈਟ ਹੈਂਡ ਨਾਲ ਲਿਖਣਾ ਔਖਾ ਹੋ ਜਾਂਦਾ ਹੈ। ਬਟ ਸਾਡੇ ਕੋਲ 2 ਹੈਂਡਸ ਨੇ, 2 ਹੱਥ ਨੇ, ਅਸੀਂ ਦੋਨੋਂ ਹੱਥ ਯੂਜ਼ ਕਰ ਸਕਦੇ ਆ, ਬਟ ਅਸੀਂ ਯੂਜ਼ ਨਹੀਂ ਕਰਦੇ। ਬਟ ਲੈਟਸ ਸੇ ਮੈਂ ਲੈਫਟ, ਫॉर ਸਮ ਰੀਜ਼ਨ ਮੈਂ ਆਪਣਾ ਰਾਈਟ ਹੈਂਡ ਨਹੀਂ ਯੂਜ਼ ਕਰ ਪਾ ਰਹੀ, ਤੇ ਮੈਂ ਹੁਣ ਆਪਣੇ ਲੈਫਟ ਹੈਂਡ ਨਾਲ ਲਿਖਣਾ ਸ਼ੁਰੂ ਕਰਨਾ ਹੈ। ਉਹਦੇ ਵਾਸਤੇ ਮੈਨੂੰ ਆਸਤਾ ਆਪਣੇ ਮਾਈਂਡ ਨੂੰ ਤਿਆਰ ਕਰਨਾ ਪੈਣਾ ਹੈ, ਪ੍ਰੈਕਟਿਸ ਕਰਨੀ ਪੈਣੀ ਹੈ, ਐਂਡ ਇਨ ਦੀ ਐਂਡ ਕੁਝ ਟਾਈਮ ਬਾਅਦ ਮੈਂ ਫਲੂਐਂਟਲੀ ਲਿਖਣਾ ਸ਼ੁਰੂ ਕਰ ਦੇਣਾ। ਸੋ ਇਟਸ ਜਸਟ ਲਾਈਕ, ਦੇਖੋ ਸਾਡੇ ਕੋਲ ਸਾਰਾ ਕੁਝ ਹੈਗਾ। ਇੱਕ ਹੋਰ ਮੈਂ ਤੁਹਾਨੂੰ ਟਿਪ ਦੇਣੀ ਹੈ, ਐਕਸਰਸਾਈਜ਼ ਆਪਣੇ ਮਾਈਂਡ ਨੂੰ ਕੰਟਰੋਲ ਕਰਨ ਵਾਸਤੇ। ਵਿਜ਼ਨ ਬੋਰਡ ਦਾ ਸਾਰਿਆਂ ਨੂੰ ਪਤਾ ਹੈ ਕਿ ਤੁਸੀਂ ਲਿਖ ਕੇ ਸਾਹਮਣੇ ਰੱਖ ਲਓ, ਐਂਡ ਜਦੋਂ ਤੱਕ ਤੁਹਾਡੀ ਨਜ਼ਰ ਉਹਦੇ ਉੱਪਰ ਆਂਦੀ ਜਾਂਦੀ ਪਏਗੀ, ਉਹ ਚੀਜ਼ ਤੁਹਾਡੀ ਅਵੇਅਰਨੈਸ ਦੇ ਵਿੱਚ ਕਾਫੀ ਸਟਰੋਂਗ ਹੋ ਜਾਏਗੀ। ਇੱਕ ਹੋਰ ਕਿ ਤੁਸੀਂ ਆਪਣਾ ਇੱਕ ਹੱਥ ਅੱਧਾ ਤੇ ਇੱਕ ਦੂਸਰਾ ਹੱਥ ਇਸ ਤਰ੍ਹਾਂ ਰੱਖਣਾ ਹੈ, ਔਰ ਜੋ ਤੁਸੀਂ ਆਪਣੇ ਆਪ ਨੂੰ ਇਮੇਜਿਨ ਕਰਿਓ, ਜੋ ਤੁਹਾਡਾ ਗੋਲ ਹੈ। ਲੈਟਸ ਸੇ ਅਗਰ ਮੈਂ ਇਮੇਜਿਨ ਕਰੀ ਹਾਂ ਪਰਫੈਕਟ ਬਾਡੀ, ਨਾਈਸ ਗੁੱਡ ਹੈਲਦੀ ਬਾਡੀ, ਤੇ ਮੈਂ ਉਸ ਇਮੇਜ ਨੂੰ ਆਪਣੀ ਰਿਐਲਿਟੀ ਬਣਾਉਣਾ, ਕਿਉਂਕਿ ਅਸੀਂ ਨਵੀਂ ਰਿਐਲਿਟੀ ਕ੍ਰੀਏਟ ਕਰਨੀ ਹੈ, ਰਾਈਟ। ਤੇ ਉਸ ਇਮੇਜ ਨੂੰ ਅਸੀਂ ਅੱਖਾਂ ਬੰਦ ਕਰਕੇ ਆਪਣੇ ਸਾਹਮਣੇ ਲੈ ਕੇ ਆਏ, ਤੇ ਫਿਰ ਇੱਕ ਹੱਥ ਇੱਥੇ ਰੱਖਣਾ, ਇੱਕ ਹੱਥ ਇੱਥੇ ਰੱਖਣਾ ਹੈ, ਤੇ ਆਪਣੀ ਅੱਖਾਂ ਨੂੰ ਪਹਿਲੇ ਰਾਈਟ ਸਾਈਡ ਲੈ ਕੇ ਜਾਣਾ, ਫਿਰ ਲੈਫਟ ਸਾਈਡ ਲੈ ਕੇ ਜਾਣਾ। ਉਹਦੇ ਨਾਲ ਕੀ ਹੋਏਗਾ, ਜਿਹੜਾ ਤੁਹਾਡਾ ਇਮੇਜ ਹੈ ਉਹ ਲੌਕ ਹੋ ਜਾਏਗਾ ਬ੍ਰੇਨ ਦੇ ਵਿੱਚ, ਬਿਕੋਜ਼ ਵੀ ਆਰ ਐਕਟੀਵੇਟਿੰਗ both the sides of the brain, right side brain and left side brain। ਤੇ ਇਸ ਟਿਪਸ ਸੀਗੀਆਂ ਜੀ ਆਪਣੇ ਰਿਐਲਿਟੀ ਨੂੰ ਚੇਂਜ ਕਰਨ ਵਾਸਤੇ। ਆਪਣੀ ਰਿਐਲਿਟੀ ਨੂੰ ਚੇਂਜ ਕਰਨਾ ਤੁਹਾਡੇ ਹੱਥ ਵਿੱਚ ਹੈਗਾ, ਐਂਡ ਟੂ ਕ੍ਰੀਏਟ ਅ ਨਿਊ ਰਿਐਲਿਟੀ। ਇਸੇ ਤਰੀਕੇ ਨਾਲ ਮੈਂ ਤੁਹਾਡੇ ਵਾਸਤੇ ਹੋਰ ਐਪੀਸੋਡਸ ਲੈ ਕੇ ਆਵਾਂਗੀ, ਕੁਝ ਗੱਲਾਂ ਬਾਤਾਂ ਕਰਾਂਗੀ, ਅਸੀਂ ਆਪਣੀ ਜ਼ਿੰਦਗੀ ਨੂੰ ਹੋਰ ਖੂਬਸੂਰਤ ਬਣਾਈਏ। ਦੇਖਦੇ ਰਹੋ ਵੈਲਨੈਸ ਵਾਈਬਸ ਵਿਦ ਸ਼ੈਲੀ ਕੌਰ।